ਬੀਤੀ ਰਾਤ ਤਰਨਤਾਰਨ ਦੇ ਕੈਰੋਂ ਵਿੱਚ ਇੱਕ ਹੀ ਰਾਤ 5 ਜੀਆਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਸੀ। ਪੁਲਿਸ ਨੇ ਵੱਡੀ ਕਾਮਯਾਬੀ ਨੂੰ ਹਾਸਲ ਕਰਦਿਆਂ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਤਰਨਤਾਰਨ ਐਸਐਸਪੀ ਧਰੁਵਦਾਈਆ ਨੇ ਦੱਸਿਆ ਕਿ ਇਹਨਾਂ ਦੇ ਘਰ ਵਿੱਚ ਅਕਸਰ ਹੀ ਨਿੱਕੀ ਜਿਹੀ ਗੱਲ ਤੇ ਝਗੜਾ ਰਹਿੰਦਾ ਸੀ, ਜਿਸ ਤੋਂ ਬਾਅਦ ਇੱਕ ਝਗੜਾ ਇੱਕ ਰਾਤ ਇੰਨਾ ਵੱਧ ਗਿਆ ਕਿ ਜਿਸ ਤੋਂ ਬਾਅਦ ਘਰ ਦੇ ਮੈਂਬਰ ਬੰਟੀ ਅਤੇ ਗੁਰਜੰਟ ਨੇ ਮਿਲ ਕੇ ਪਿਤਾ ਨੂੰ ਮਾਰਨ ਤੋਂ ਬਾਅਦ ਆਪਣੀਆਂ ਦੋਨੋਂ ਭਾਬੀਆਂ ਸਮੇਤ ਡਰਾਈਵਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬੰਟੀ ਨੂੰ ਆਪਣੀਆਂ ਭਾਬੀਆਂ ਦੇ ਡਰਾਈਵਰ ਨਾਲ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਦੇ ਚਲਦੇ ਇਹ ਕਤਲ ਕੀਤਾ ਗਿਆ। ਇਸ ਤੋਂ ਬਾਅਦ ਬੰਟੀ ਅਤੇ ਗੁਰਜੰਟ ਦੀ ਵੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ, ਜਿਸ ਤੋਂ ਬਾਅਦ ਗੁਰਜੰਟ ਬੰਟੀ ਨੂੰ ਮਾਰ ਕੇ ਘਰੋਂ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਅੱਜ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਸਟੇਸ਼ਨ ਦੇ ਵਿੱਚ ਕੈਰੋ ਪਿੰਡ ਦੇ ਵਿੱਚ 24 ਔਰ 25 ਜੂਨ ਦੀ ਦਰਮਿਆਨੀ ਰਾਤ ਹੋਇਆ। ਜਿਹੜੇ ਡਿਸੀਜ਼ ਸੀ ਉਹਨਾਂ ਦਾ ਨਾਮ ਸੀ ਬ੍ਰਿਜਲਾਲ, ਉਹਨਾਂ ਦੀ 2 ਡਾਟਰਸ ਇਨ ਲਾਅ, ਉਹਨਾਂ ਦਾ ਇੱਕ ਬੇਟਾ ਔਰ ਇੱਕ ਡਰਾਈਵਰ। ਇਹ 5 ਜਣੇ ਸੀ ਜਿਨ੍ਹਾਂ ਦਾ ਮਰਡਰ ਹੋਇਆ ਸੀ ਔਰ ਇਹ ਜਿਹੜਾ ਮਰਡਰ ਸੀ 24 ਔਰ 25 ਦਰਮਿਆਨੀ ਰਾਤ ਵਿੱਚ ਹੋਇਆ ਸੀ। ਤਾਂ ਇਹ ਜਿਹੜੀ ਕਤਲ ਹੈ, ਇਸ ਕਤਲ ਨੂੰ ਤਰਨਤਾਰਨ ਪੁਲਿਸ ਨੇ ਟਰੇਸ ਕਰ ਲਿਆ ਹੈ। ਇਹਦੇ ਵਿੱਚ 2 ਹਥਿਆਰ ਦਾ ਇਸਤੇਮਾਲ ਕੀਤਾ ਗਿਆ ਸੀ, ਦੋਨੋਂ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ। ਔਰ ਜਿਹੜਾ ਇਹ ਕਤਲ ਹੋਇਆ ਸੀ ਇਹਦੇ ਵਿੱਚ 2 ਬੰਦੇ ਇਨਵੋਲਵ ਸੀ, ਗੁਰਜੰਟ ਸਿੰਘ ਔਰ ਬੰਟੀ, ਜਿਹੜੇ ਦੋਨੋਂ ਉਸੇ ਪਰਿਵਾਰ ਦੇ ਸਦੱਸਿਆ ਸੀ। ਤੇ ਜਦੋਂ ਇਹ ਝਗੜਾ ਹੋਇਆ ਸੀ ਜਿਸ ਕਰਕੇ ਇਹ ਕਤਲ ਹੋਇਆ, ਇਸ ਝਗੜੇ ਦੇ ਵਿੱਚ ਜਿਹੜਾ ਬੰਟੀ ਸੀ ਉਸ ਦੀ ਵੀ ਡੈਥ ਹੋ ਗਈ ਔਰ ਗੁਰਜੰਟ ਨੇ ਆਪਸੀ ਝਗੜੇ ਦੇ ਵਿੱਚ ਕਿਰਪਾਨ ਦਾ ਇਸਤੇਮਾਲ ਕਰਕੇ ਉਸ ਨੂੰ ਵੀ ਮਾਰਤਾ ਔਰ ਜਿਹੜਾ ਦੂਜਾ ਦੋਸ਼ੀ ਹੈ ਉਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੈਂਸ਼ਲੀ ਜਿਹੜਾ ਇਹ ਮਰਡਰ ਹੋਇਆ ਹੈ ਕਿ ਫੈਮਿਲੀ ਕੁਆਰਲ ਕਰਕੇ, ਡਿਸਪਿਊਟ ਕਰਕੇ ਇਸਨੇ ਇੱਕ ਕਤਲ ਦਾ ਰੂਪ ਲੈ ਲਿਆ ਔਰ ਇਹ ਜਿਹੜਾ ਕਾਰਨ ਸੀ ਇਹ ਤਕਰੀਬਨ ਇਹਨਾਂ ਦਾ 11:30-12 ਵਜੇ ਦੇ ਕਰੀਬ ਕਹਿੰਦੇ ਆ ਕਿ ਨਾਰਮਲੀ ਪਹਿਲੇ ਵੀ ਝਗੜੇ ਹੁੰਦੇ ਸੀ, ਤਾਂ ਉਹ ਝਗੜੇ ਦੇ ਵਿੱਚ ਹੀ ਇਹਨਾਂ ਨੇ ਇਸ ਕਤਲ ਨੂੰ ਅੰਜਾਮ ਦੇ ਦਿੱਤਾ। ਬੰਟੀ ਨੇ ਕਿ ਜ਼ਿਆਦਾ ਕਤਲ ਕੀਤੇ ਨੇ? ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ, ਦੋਨੋਂ ਬੰਟੀ ਔਰ ਗੁਰਜੰਟ ਦੋਨੋਂ ਇਸ ਕੇਸ ਦੇ ਵਿੱਚ ਇਨਵੋਲਵ ਹੈ। ਤਕਰੀਬਨ ਰਾਤ ਨੂੰ 11:30 ਵਜੇ ਦੇ ਕਰੀਬ ਇਹਨਾਂ ਦਾ ਝਗੜਾ ਸ਼ੁਰੂ ਹੋਇਆ ਸੀ, ਜਿਸ ਝਗੜੇ ਦੇ ਵਿੱਚ ਬ੍ਰਿਜਲਾਲ ਨੇ ਆਪਣੇ ਡਰਾਈਵਰ ਨੂੰ ਵੀ ਆਪਣੇ ਘਰ ਤਕਰੀਬਨ ਰਾਤ ਨੂੰ 12:30 ਵਜੇ ਦੇ ਕਰੀਬ ਸੱਦਿਆ ਸੀ ਔਰ ਝਗੜੇ ਦੇ ਵਿੱਚ ਹੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਬੰਟੀ ਉਸਨੇ ਪਹਿਲੇ ਆਪਣੇ ਫਾਦਰ ਤੇ ਉਸਦੀ ਕਿਰਪਾਨ ਨਾਲ ਵਾਰ ਕੀਤਾ ਸੀ ਔਰ ਉਸ ਤੋਂ ਬਾਅਦ ਉਸਦੀ ਜਿਹੜੀ ਦੋਨੋਂ ਸਿਸਟਰਸ ਇਨ ਲਾਅ ਹੈ, ਉਸਦੇ ਦੋਨੋਂ ਬ੍ਰਦਰਸ ਆਲਰੇਡੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਹੈ, ਤਾਂ ਉਹਨੇ ਉਹ ਦੋਨੋਂ ਸਿਸਟਰਸ ਇਨ ਲਾਅ ਤੇ ਵੀ ਵਾਰ ਕੀਤਾ ਔਰ ਸਿਸਟਰਸ ਇਨ ਲਾਅ ਤੇ ਵਾਰ ਕਰਨ ਦਾ ਕਾਰਨ ਸੀ ਉਹਨਾਂ ਦਾ ਕੋਈ ਸਸਪੈਕਟਡ ਕੋਈ ਕੈਰੈਕਟਰ ਦੇ ਉੱਤੇ ਉਹਨਾਂ ਨੂੰ ਕੋਈ ਸ਼ੱਕ ਸੀ ਜਾਂ ਉਸ ਚੀਜ਼ ਤੇ ਉਹਨਾਂ ਨੂੰ ਕੋਈ ਉਹਨਾਂ ਦੀ ਅਣਬਣ ਚੱਲਦੀ ਸੀ। ਤੇ ਉਸ ਤੋਂ ਬਾਅਦ ਆਪਸ ਦੇ ਵਿੱਚ ਹੀ ਬੰਟੀ ਔਰ ਗੁਰਜੰਟ ਦਾ ਵੀ ਝਗੜਾ ਹੋ ਗਿਆ, ਜਿਹਦੇ ਵਿੱਚ ਬੰਟੀ ਦੇ ਕੋਲ ਵੀ ਹਥਿਆਰ ਸੀ, ਗੁਰਜੰਟ ਦੇ ਕੋਲ ਵੀ। ਉਹ ਦੋਨੋਂ ਹਥਿਆਰ ਵੀ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ ਔਰ ਇਸ ਝਗੜੇ ਦੇ ਵਿੱਚ ਗੁਰਜੰਟ ਨੇ ਬੰਟੀ ਨੂੰ ਵੀ ਮਾਰਤਾ। ਔਰ ਕੋਈ ਪੈਸੇ ਦੇ ਉਹ ਜੀ ਹਜੇ ਗੱਲ ਪੂਰੀ ਸਪਸ਼ਟ ਨਹੀਂ ਹੋਈ ਹੈ, ਉਹ ਫਰਦਰ ਇਨਵੈਸਟੀਗੇਸ਼ਨ ਉਸ ਚੀਜ਼ ਦੀ ਚੱਲ ਰਹੀ ਹੈ। ਜਿਹੜਾ ਮਰਡਰ ਇਹ 5 ਬੰਦਿਆਂ ਦਾ ਹੋਇਆ ਹੈ, ਇਹਦੇ ਵਿੱਚ ਜਿਹੜੀ ਐਕਚੁਅਲ ਫੈਕਟਸ ਹੈ ਉਹ ਕਲੀਅਰ ਹੋ ਗਏ ਹਨ ਔਰ ਇਸੈਂਸ਼ਲੀ ਇਹਦੇ ਵਿੱਚ 2 ਐਕਿਊਜ਼ ਸੀ, ਬੰਟੀ ਔਰ ਗੁਰਜੰਟ, ਜਿਨ੍ਹਾਂ ਨੇ ਬੇਸਿਕਲੀ ਇਹ ਮਰਡਰਸ ਕੀਤੇ ਸੀ ਔਰ ਇਹਦੇ ਵਿੱਚ ਇੱਕ ਤਾਂ ਆਲਰੇਡੀ ਦੋਸ਼ੀ ਉਸਦਾ ਵੀ ਆਪੇ ਹੀ ਮਰਡਰ ਹੋ ਗਿਆ ਹੈ। ਜਿਹੜਾ ਦੂਜਾ ਦੋਸ਼ੀ ਹੈ ਉਹ ਵੀ ਪੁਲਿਸ ਵੱਲੋਂ ਅਰੈਸਟ ਹੋ ਗਿਆ ਹੈ ਔਰ ਉਸ ਤੋਂ ਇਲਾਵਾ ਜਿਹੜੇ ਦੋਨੋਂ ਵੈਪਨਸ ਆਫ ਅਫੈਂਸ ਹੈ ਉਹ ਵੀ ਪੁਲਿਸ ਵੱਲੋਂ ਬਰਾਮਦ ਕਰਤੇ ਗਏ ਹਨ ਔਰ ਉਹ ਅਸੀਂ ਹੁਣ ਫੋਰੈਂਸਿਕ ਲੈਬੋਰੇਟਰੀ ਫਰਦਰ ਐਗਜ਼ਾਮੀਨੇਸ਼ਨ ਲਈ ਭੇਜਾਂਗੇ। ਜਿਹੜਾ ਮੇਨ ਹੈਗਾ ਸੀ, ਜਿਹੜਾ ਜਨਤਾ ਸੀ, ਇਹਨਾਂ ਕੋਈ ਪਹਿਲਾਂ ਵੀ ਝਗੜੇ ਜਿਹੜੇ ਸੀ ਚੱਲਦੇ ਸੀ ਘਰ ਦੇ ਵਿੱਚ ਜਾਂ ਫੈਮਿਲੀ ਦੇ? ਹਾਂਜੀ, ਜਿਹੜੀ ਗੱਲ ਸਾਹਮਣੇ ਆਈ ਹੈ, ਇਹਨਾਂ ਦੇ ਘਰ ਦੇ ਵਿੱਚ ਆਪਸੀ ਝਗੜੇ ਕਾਫੀ ਹੁੰਦੇ ਰਹਿੰਦੇ ਸੀ ਔਰ ਜਿਹੜਾ ਦੋਸ਼ੀ ਹੈ ਬੰਟੀ ਔਰ ਗੁਰਜੰਟ, ਇਹਨਾਂ ਦੋਨਾਂ ਦੇ ਉੱਤੇ ਇਨਫੈਕਟ ਪਹਿਲੇ ਵੀ ਕਤਲ ਦੇ ਵੀ ਪਰਚੇ ਦਰਜ ਹੈ। 2007 ਦੇ ਵਿੱਚ ਗੁਰਜੰਟ ਦੇ ਉੱਤੇ ਵੀ ਇੱਕ ਮਰਡਰ ਦਾ ਕੇਸ ਦਰਜ ਹੋਇਆ ਸੀ, ਇਹਨਾਂ ਦੇ ਉੱਤੇ 307 ਦੇ ਵੀ ਪਰਚੇ ਦਰਜ ਹੈ। ਤਰਨਤਾਰਨ ਤੋਂ ਰਵੀ ਖਹਿਰਾ ਦੀ ਰਿਪੋਰਟ, ਏਵਨ ਪੰਜਾਬੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ।
ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।